ਸਤਿ ਸ਼੍ਰੀ ਅਕਾਲ। ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ ਤੁਹਾਡਾ। ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕੈਨੇਡਾ ਵਿੱਚ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ ਕੀਤੀਆਂ ਜਾ ਸਕਦੀਆਂ ਨੇ ਬੰਦ। ਲੋਕ ਸਭਾ ਮੈਂਬਰਾਂ ਵੱਲੋਂ ਇਹ ਕਹਿਣਾ ਸ਼ੁਰੂ ਕਿ ਜੋ ਕੈਨੇਡਾ ਵਾਸੀ ਭਾਰਤ ਵਿੱਚ ਨੇ ਛੇਤੀ ਆ ਜਾਣ ਵਾਪਸ। ਟੋਰਾਂਟੋ ਵਿੱਚ 200 ਤੋਂ ਵੱਧ ਇੰਟਰਨੈਸ਼ਨਲ ਯਾਤਰੀਆਂ ਨੇ 에ਅਰਪੋਰਟ ਤੇ ਪਹੁੰਚ ਹੋਟਲ ਕੁਆਰੰਟਾਈਨ ਕਰਨ ਤੋਂ ਕੀਤਾ ਇਨਕਾਰ। ਦੱਸਾਂਗੇ ਫਿਰ ਕੀ ਹੋਇਆ। ਟੋਰਾਂਟੋ 에ਅਰਪੋਰਟ ਦੇ ਉੱਤੇ ਕੋਵਿਡ-19 ਟੈਸਟ ਦੀ 40 ਰਿਪੋਰਟ ਬਣਾ ਕੇ ਪਹੁੰਚਿਆ ਇੰਟਰਨੈਸ਼ਨਲ ਯਾਤਰੀ, ਹੋਈ ਗ੍ਰਿਫਤਾਰੀ, ਕੇਸ ਦਰਜ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਅਮਰੀਕਾ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ। ਦੱਸਾਂਗੇ ਕੀ ਕੀਤੀ ਗਈ ਚਰਚਾ। ਕੰਜ਼ਰਵੇਟਿਵ ਐਮਪੀ ਜਸਰਾਜ ਸਿੰਘ ਹੱਲਣ ਨੇ ਪਬਲਿਕ ਸੇਫਟੀ ਮੰਤਰੀ ਨੂੰ ਕੀਤਾ ਸਵਾਲ। ਸਾਈਬਰ ਹਮਲਿਆਂ ਦੇ ਬਾਰੇ ਪਾਰਲੀਮੈਂਟ 'ਚ ਮੰਗਿਆ ਜਵਾਬ। ਓਨਟਾਰੀਓ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ਵਧਣ ਤੇ ਨਾਲ ਹੀ ਪੇਡ ਸਿਕ ਲੀਵ ਸੰਬੰਧੀ ਕਈ ਸਵਾਲ। ਦੱਸਾਂਗੇ ਜਗਮੀਤ ਸਿੰਘ ਨੇ ਪਾਰਲੀਮੈਂਟ ਵਿੱਚ ਕੀ ਕੁਝ ਕਿਹਾ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਦੀ ਹੈਲਥ ਆਫਿਸਰ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਕਿ ਭਾਰਤ ਤੋਂ ਫਲਾਈਟਾਂ ਕੈਨੇਡਾ ਦੇ ਵਿੱਚ ਆਉਣੀਆਂ ਬੰਦ ਕੀਤੀਆਂ ਜਾ ਸਕਦੀਆਂ ਨੇ, ਕਿਉਂਕਿ ਉਹਨਾਂ ਫਲਾਈਟਾਂ ਵਿੱਚ ਕੋਵਿਡ-19 ਦੇ ਮਾਮਲੇ ਪਾਏ ਗਏ ਨੇ, ਜੋ ਕਿ ਵੱਖਰੇ ਵੇਰੀਐਂਟ ਵੀ ਨੇ, ਜਿਸ ਤੋਂ ਬਾਅਦ ਚਿੰਤਾ ਦੇ ਵਿੱਚ ਵਾਧਾ ਹੋਇਆ ਤੇ ਓਨਟਾਰੀਓ ਸੂਬੇ ਦੇ ਵੱਲੋਂ ਇਸ ਦੇ ਉੱਤੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕੈਨੇਡਾ ਸਰਕਾਰ ਤੋਂ ਕਿ ਇਸ ਫੈਸਲੇ ਨੂੰ ਲਾਗੂ ਕੀਤਾ ਜਾਵੇ। ਇਹ ਫੈਸਲਾ ਹਜੇ ਲਾਗੂ ਨਹੀਂ ਹੋਇਆ ਹੈ, ਇਸ ਦੇ ਉੱਤੇ ਕੈਨੇਡਾ ਸਰਕਾਰ ਵਿਚਾਰ ਕਰ ਰਹੀ ਹੈ। ਤਾਂ ਇਸ ਦੇ ਉੱਤੇ ਲੋਕ ਸਭਾ ਮੈਂਬਰਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਭਾਰਤ ਵਿੱਚ ਜਿਹੜੇ ਵੀ ਕੈਨੇਡਾ ਵਾਸੀ ਮੌਜੂਦ ਨੇ ਉਹ ਛੇਤੀ ਤੋਂ ਛੇਤੀ ਇਸ ਸਮੇਂ ਕੈਨੇਡਾ ਵਾਪਸ ਆ ਸਕਦੇ ਨੇ, ਕਿਉਂਕਿ ਇਸ ਦੇ ਬਾਰੇ ਜਲਦ ਐਲਾਨ ਹੋ ਸਕਦਾ ਹੈ। ਜਿਵੇਂ ਕਿ ਭਾਰਤ ਵਿੱਚ ਕੋਵਿਡ-19 ਮਾਮਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈ, ਤਾਂ ਕੈਨੇਡਾ ਤੋਂ ਚੀਫ ਪਬਲਿਕ ਹੈਲਥ ਆਫਿਸਰ ਡਾਕਟਰ ਥੈਰੇਸਾ ਟੈਮ, ਜਿਨ੍ਹਾਂ ਦੇ ਵੱਲੋਂ ਸਿਹਤ ਨਾਲ ਸੰਬੰਧੀ ਕੋਵਿਡ-19 ਦੇ ਦੌਰਾਨ ਕੈਨੇਡਾ ਵਿੱਚ ਸਾਰੇ ਫੈਸਲੇ ਲਏ ਜਾਂਦੇ ਨੇ, ਉਹਨਾਂ ਨੇ ਕਿਹਾ ਕਿ ਕੈਨੇਡਾ ਸਰਕਾਰ ਇਸ ਗੱਲ ਦੇ ਉੱਤੇ ਵਿਚਾਰ ਕਰ ਰਹੀ ਹੈ ਕਿ ਭਾਰਤ ਤੋਂ ਆ ਰਹੀਆਂ ਫਲਾਈਟਸ ਨੂੰ ਫਿਲਹਾਲ ਰੋਕ ਦਿੱਤਾ ਜਾਵੇ ਕੈਨੇਡਾ ਦੇ ਵਾਸਤੇ। ਇਸ ਦੇ ਉੱਤੇ ਜਲਦ ਕੋਈ ਫੈਸਲਾ ਲਿਆ ਜਾ ਸਕਦਾ ਹੈ, ਜਿਸ ਦੇ ਵਿੱਚ ਡਾਕਟਰ ਥੈਰੇਸਾ ਟੈਮ ਨੇ ਕਿਹਾ ਕਿ ਆਮ ਤੌਰ ਦੇ ਉੱਤੇ ਇਸ ਸਮੇਂ ਤੱਕ ਜੋ ਟਰੈਵਲ ਨੂੰ ਲੈ ਕੇ ਰੋਕ ਲੱਗੀ ਹੋਈ ਹੈ, ਉਸ ਦੇ ਵਿੱਚ ਕਿਸੇ ਵੀ ਇੱਕ ਦੇਸ਼ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ ਕਿ ਉੱਥੇ ਤੋਂ ਆ ਰਹੇ ਵਿਅਕਤੀਆਂ ਦੇ ਵਾਸਤੇ ਟਰੈਵਲ ਨੂੰ ਰੋਕਿਆ ਜਾਵੇ। ਕਿਉਂਕਿ ਜਦੋਂ ਸਨ ਡੈਸਟੀਨੇਸ਼ਨ ਵਾਸਤੇ ਵੀ ਫਲਾਈਟਾਂ ਬੰਦ ਕੀਤੀਆਂ ਗਈਆਂ ਸੀ ਤਾਂ ਇੱਕ ਪੂਰੇ ਖੇਤਰ ਦੇ ਵਾਸਤੇ ਬੰਦ ਕੀਤੀਆਂ ਗਈਆਂ ਸੀ, ਕਿਸੇ ਇੱਕ ਦੇਸ਼ ਦੇ ਲਈ ਨਹੀਂ। ਪਰ ਇਸ ਦੌਰਾਨ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਭਾਰਤ ਵਿੱਚ ਜਿਵੇਂ ਕਿ ਵੱਖੋ ਵੱਖਰੇ ਵੇਰੀਐਂਟ ਨੇ ਜਿਹੜੇ ਉਹ ਬਹੁਤ ਜ਼ਿਆਦਾ ਗਿਣਤੀ ਵਿੱਚ ਫੈਲ ਰਹੇ ਨੇ ਤੇ ਭਾਰਤ ਵਿੱਚ ਇੱਕ ਦਿਨ ਦੇ ਅੰਦਰ ਹੀ ਬੁੱਧਵਾਰ ਨੂੰ 3 ਲੱਖ ਕੋਵਿਡ-19 ਦੇ ਨਵੇਂ ਮਾਮਲੇ ਸਾਹਮਣੇ ਆਏ ਨੇ ਤੇ ਨਾਲ ਹੀ 2000 ਮੌਤਾਂ ਹੋਈਆਂ ਨੇ। ਜਿਸ ਤੋਂ ਬਾਅਦ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ 35 ਫਲਾਈਟਸ ਜੋ ਭਾਰਤ ਤੋਂ ਕੈਨੇਡਾ ਦੇ ਵਿੱਚ ਆਈਆਂ ਆਖਰੀ 2 ਹਫ਼ਤਿਆਂ ਦੇ ਵਿੱਚ, ਉਹਨਾਂ ਦੇ ਵਿੱਚ ਘੱਟੋ ਘੱਟ ਇੱਕ ਕੇਸ ਤਾਂ ਕੋਵਿਡ-19 ਦਾ ਹੁੰਦਾ ਹੀ ਸੀ। ਓਨਟਾਰੀਓ ਸਰਕਾਰ ਦੇ ਵੱਲੋਂ ਇਸ ਦੇ ਵਾਸਤੇ ਕੈਨੇਡਾ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ ਨੂੰ ਫਿਲਹਾਲ ਦੇ ਵਾਸਤੇ ਰੋਕ ਦਿੱਤਾ ਜਾਵੇ ਤੇ ਇਸ ਨਾਲ ਹੀ ਹੋਰ ਅਜਿਹੇ ਦੇਸ਼ਾਂ ਤੋਂ ਜਿੱਥੇ ਕੋਵਿਡ-19 ਦੇ ਮਾਮਲੇ ਬਹੁਤ ਜ਼ਿਆਦਾ ਵਧੇ ਹੋਏ ਨੇ, ਕਿਉਂਕਿ ਓਨਟਾਰੀਓ ਇਸ ਮੌਕੇ ਕਾਫੀ ਵੱਡੀ ਗਿਣਤੀ ਵਿੱਚ ਕੋਵਿਡ-19 ਮਾਮਲਿਆਂ ਦੇ ਨਾਲ ਨਜਿੱਠ ਰਿਹਾ ਹੈ। ਇੱਥੋਂ ਤੱਕ ਕਿ ਹਸਪਤਾਲਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ। ਇਸ ਦੌਰਾਨ ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਕੋਵਿਡ-19 ਦੇ ਮਾਮਲਿਆਂ ਵਿੱਚ ਹੋਰ ਜ਼ਿਆਦਾ ਵਾਧਾ ਇੰਟਰਨੈਸ਼ਨਲ ਬਾਰਡਰਸ ਜੋ ਇਸ ਸਮੇਂ ਜ਼ਰੂਰੀ ਟਰੈਵਲ ਦੇ ਵਾਸਤੇ ਵੀ ਖੁੱਲੇ ਨੇ, ਉਸ ਦੇ ਕਾਰਨ ਵੀ ਹੋ ਰਿਹਾ ਹੈ, ਜਿਸ ਦੇ ਵਾਸਤੇ ਕੈਨੇਡਾ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਭਾਰਤ ਤੋਂ ਆ ਰਹੀਆਂ ਫਲਾਈਟਾਂ ਨੂੰ ਫਿਲਹਾਲ ਦੇ ਲਈ ਰੋਕ ਦਿੱਤਾ ਜਾਵੇ। ਇਸ ਦੇ ਉੱਤੇ ਕੈਨੇਡਾ ਸਰਕਾਰ ਦੇ ਵੱਲੋਂ ਜੋ ਵੀ ਅਪਡੇਟ ਦਿੱਤੀ ਜਾਂਦੀ ਹੈ ਜਲਦ ਹੀ ਤੁਹਾਨੂੰ ਅਸੀਂ ਦੱਸਾਂਗੇ। ਫਿਲਹਾਲ ਤਾਂ ਭਾਰਤ ਤੋਂ ਵੀ ਜੋ ਟਰੈਵਲ ਨੂੰ ਲੈ ਕੇ ਐਲਾਨ ਹੈ ਉਸ ਦੇ ਵਿੱਚ ਇਹ ਹੈ ਕਿ ਸਿਰਫ ਜ਼ਰੂਰੀ ਕੰਮਾਂ ਦੇ ਵਾਸਤੇ ਆਇਆ ਜਾ ਸਕਦਾ, ਜਿਸ ਦੇ ਵਿੱਚ ਕਈਆਂ ਨੂੰ ਛੋਟ ਹੈ। ਪਰ ਜੇਕਰ ਭਾਰਤ ਤੋਂ ਫਲਾਈਟਾਂ ਹੀ ਆਉਣੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਸਾਰਿਆਂ ਦੇ ਵਾਸਤੇ ਭਾਰਤ ਤੋਂ ਕੈਨੇਡਾ ਦੇ ਵਿੱਚ ਆਉਣਾ ਹੈ ਜੋ ਉਹ ਬੰਦ ਹੋ ਸਕਦਾ ਹੈ, ਜਿਸ ਦੇ ਕਰਕੇ ਹੀ ਐਮਪੀ ਰਣਦੀਪ ਸਰਾਏ ਨੇ ਟਵੀਟ ਕਰਕੇ ਇਹ ਗੱਲ ਵੀ ਕਹੀ ਹੈ ਕਿ ਭਾਰਤ ਵਿੱਚ ਜਿਹੜੇ ਕੈਨੇਡਾ ਵਾਸੀ ਮੌਜੂਦ ਨੇ ਉਹ ਛੇਤੀ ਵਾਪਸ ਕੈਨੇਡਾ ਦੇ ਵਿੱਚ ਆ ਸਕਦੇ ਨੇ, ਕਿਉਂਕਿ ਇਸ ਦੇ ਉੱਤੇ ਫੈਸਲਾ ਲਿਆ ਜਾ ਸਕਦਾ ਹੈ। ਇਸ ਦੇ ਵਿੱਚ ਇਹ ਤਾਂ ਐਲਾਨ ਨਹੀਂ ਕੀਤਾ ਗਿਆ ਕਿ ਆਖਿਰ ਕਦੋਂ ਤੱਕ ਇਹ ਫੈਸਲਾ ਲਿਆ ਜਾ ਸਕਦਾ ਹੈ ਤੇ ਇਹ ਐਲਾਨ ਕਦੋਂ ਤੱਕ ਕੀਤਾ ਜਾ ਸਕਦਾ ਹੈ, ਪਰ ਇਹ ਜ਼ਰੂਰ ਹੈ ਕਿ ਇਸ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਤਾਂ ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੱਲ੍ਹ ਸਵੇਰੇ ਪ੍ਰੈਸ ਕਾਨਫਰੰਸ ਵੀ ਕਰਨੀ ਹੈ, ਤਾਂ ਉੱਥੇ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਾ ਜ਼ਿਕਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤਾ ਜਾ ਸਕਦਾ ਹੈ ਤੇ ਜਲਦ ਹੀ ਇਸ ਦੇ ਉੱਤੇ ਕੋਈ ਨਵਾਂ ਫੈਸਲਾ ਸਾਹਮਣੇ ਆ ਸਕਦਾ ਹੈ। ਤਾਂ ਉਧਰ ਜਿਵੇਂ ਕਿ ਹੋਟਲ ਕੁਆਰੰਟਾਈਨ ਦੀ ਹਦਾਇਤ ਹੈ ਉਹ ਲਾਜ਼ਮੀ ਹੈ ਸਾਰਿਆਂ ਦੇ ਵਾਸਤੇ, ਪਰ ਕੁਝ ਇੰਟਰਨੈਸ਼ਨਲ ਯਾਤਰੀ ਹੋਟਲ ਕੁਆਰੰਟਾਈਨ ਦੀ ਹਦਾਇਤ ਨੂੰ ਮੰਨਣ ਤੋਂ ਇਨਕਾਰ ਕਰ ਦਿੰਦੇ ਨੇ। ਕੁਝ ਅਜਿਹੇ ਹੀ ਮਾਮਲੇ ਟੋਰਾਂਟੋ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਵੀ ਸਾਹਮਣੇ ਆਏ। ਕੈਨੇਡਾ ਵਿੱਚ ਆਉਣ ਵਾਲੇ ਇੰਟਰਨੈਸ਼ਨਲ ਯਾਤਰੀਆਂ ਦੇ ਵਿੱਚ ਕਈਆਂ ਦੇ ਵੱਲੋਂ ਹੋਟਲ ਕੁਆਰੰਟਾਈਨ ਦੀ ਹਦਾਇਤ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਵਾਸਤੇ ਉਹ ਹੋਟਲ ਕੁਆਰੰਟਾਈਨ ਕਰਨ ਤੋਂ ਇਨਕਾਰ ਕਰ ਦਿੰਦੇ ਨੇ।
ਤਾਂ ਅਜਿਹੇ ਵਿੱਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ। ਓਨਟਾਰੀਓ ਦੇ ਵਿੱਚ ਜਿੱਥੇ ਇੱਕ ਪਾਸੇ ਇਸ ਸਮੇਂ ਕੋਵਿਡ-19 ਦੇ ਮਾਮਲਿਆਂ ਦੇ ਕਰਕੇ ਕਾਫੀ ਜ਼ਿਆਦਾ ਹਾਲਾਤ ਵਿਗੜੇ ਹੋਏ ਨੇ, ਤਾਂ ਦੂਜੇ ਪਾਸੇ ਜਾਣਕਾਰੀ ਅਧਿਕਾਰੀਆਂ ਨੇ ਸਾਂਝੀ ਕੀਤੀ ਹੈ ਕਿ 200 ਤੋਂ ਵੱਧ ਇੰਟਰਨੈਸ਼ਨਲ ਯਾਤਰੀ ਟੋਰਾਂਟੋ 에ਅਰਪੋਰਟ ਦੇ ਉੱਤੇ ਪਹੁੰਚੇ, ਜਿਨ੍ਹਾਂ ਨੇ ਉੱਥੇ ਪਹੁੰਚਣ ਤੋਂ ਬਾਅਦ ਹੋਟਲ 'ਚ ਕੁਆਰੰਟਾਈਨ ਕਰਨ ਤੋਂ ਇਨਕਾਰ ਕਰ ਦਿੱਤਾ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਅਪ੍ਰੈਲ 15 ਤੱਕ ਉਹਨਾਂ ਦੇ ਵੱਲੋਂ 211 ਟਿਕਟਸ ਦੇ ਦਿੱਤੀਆਂ ਗਈਆਂ ਨੇ ਅਜਿਹੇ ਵਿਅਕਤੀਆਂ ਨੂੰ ਜਿਨ੍ਹਾਂ ਨੇ ਹੋਟਲ ਕੁਆਰੰਟਾਈਨ ਤੋਂ ਇਨਕਾਰ ਕੀਤਾ, ਜਦੋਂ ਤੋਂ ਫਰਵਰੀ ਮਹੀਨੇ ਦੇ ਵਿੱਚ ਇਹ ਹਦਾਇਤ ਸ਼ੁਰੂ ਹੋਈ ਹੈ। ਜਿਸ ਦੇ ਬਾਰੇ ਉਹਨਾਂ ਨੇ ਦੱਸਿਆ ਕਿ ਕਾਫੀ ਯਾਤਰੀ ਅਜਿਹੇ ਉੱਥੇ 에ਅਰਪੋਰਟ ਦੇ ਉੱਤੇ ਪਹੁੰਚੇ ਜਿਨ੍ਹਾਂ ਨੇ ਪਹਿਲਾਂ ਤੋਂ ਹੋਟਲ ਬੁੱਕ ਨਹੀਂ ਸੀ ਕਰਵਾਇਆ ਹੋਇਆ ਤੇ 에ਅਰਪੋਰਟ ਦੇ ਉੱਤੇ ਪਹੁੰਚ ਕੇ ਵੀ ਹੋਟਲ ਬੁੱਕ ਕਰਵਾਉਣ ਤੋਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਤੇ ਜਿਨ੍ਹਾਂ ਯਾਤਰੀਆਂ ਦੇ ਵੱਲੋਂ ਕੁਆਰੰਟਾਈਨ ਕਰਨ ਤੋਂ ਇਨਕਾਰ ਕੀਤਾ ਜਾਂਦਾ ਹੈ ਹੋਟਲ ਵਿੱਚ, ਉਹਨਾਂ ਨੂੰ $3000 ਦੀ ਟਿਕਟ ਮਿਲਦੀ ਹੈ। ਕੈਨੇਡਾ ਸਰਕਾਰ ਦੀ ਹਦਾਇਤ ਮੁਤਾਬਕ ਜਿਹੜੇ ਵੀ ਇੰਟਰਨੈਸ਼ਨਲ ਯਾਤਰੀ ਕੈਨੇਡਾ ਵਿੱਚ ਦਾਖਲ ਹੁੰਦੇ ਨੇ, ਪਹਿਲਾਂ ਉਹਨਾਂ ਨੂੰ 3 ਦਿਨ ਹੋਟਲ ਦੇ ਵਿੱਚ ਰਹਿ ਕੇ 에ਅਰਪੋਰਟ ਦੇ ਉੱਤੇ ਹੋਏ ਕੋਵਿਡ-19 ਦੇ ਟੈਸਟ ਦੀ ਰਿਪੋਰਟ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਤੇ ਉਸ ਤੋਂ ਬਾਅਦ ਬਾਕੀ ਦੇ ਦਿਨਾਂ ਦਾ ਕੁਆਰੰਟਾਈਨ ਉਹਨਾਂ ਨੇ ਆਪਣੇ ਘਰ ਜਾ ਕੇ ਪੂਰਾ ਕਰਨਾ ਹੁੰਦਾ ਹੈ। ਕੁੱਲ 14 ਦਿਨ ਦਾ ਇਹ ਸਮਾਂ ਹੈ, ਜਿਸ ਦੇ ਵਿੱਚ ਇੱਕ ਹੋਟਲ ਕੁਆਰੰਟਾਈਨ ਦਾ ਸਮਾਂ ਤੇ ਘਰ ਵਿੱਚ ਕੀਤੇ ਜਾਣ ਵਾਲੇ ਕੁਆਰੰਟਾਈਨ ਦਾ ਸਮਾਂ ਜੋੜ ਕੇ 14 ਦਿਨ ਬਣਦੇ ਨੇ। ਤੇ ਜਦੋਂ ਹੁਣ ਕੈਨੇਡਾ ਸਰਕਾਰ ਨੇ ਕੱਲ ਟਰੈਵਲ ਨੂੰ ਲੈ ਕੇ ਰੋਕ ਦੇ ਸਮੇਂ ਦੇ ਵਿੱਚ ਵਾਧਾ ਕੀਤਾ ਤਾਂ ਹੋਟਲ ਕੁਆਰੰਟਾਈਨ ਦੀ ਹਦਾਇਤ ਦੇ ਵਿੱਚ ਵੀ ਵਾਧਾ ਹੋ ਗਿਆ, ਜੋ ਹੁਣ ਮਈ 21 ਤੱਕ ਫਿਲਹਾਲ ਲਾਗੂ ਰਹੇਗੀ। ਇੱਕ ਪਾਸੇ ਹੋਟਲ ਕੁਆਰੰਟਾਈਨ ਦੀ ਹਦਾਇਤ ਕਿ ਕੋਵਿਡ-19 ਦਾ ਟੈਸਟ 에ਅਰਪੋਰਟ ਦੇ ਉੱਤੇ ਪਹੁੰਚਣ ਤੇ ਹੁੰਦਾ ਹੈ, ਤਾਂ ਦੂਜੇ ਪਾਸੇ ਪਹਿਲਾਂ ਆਪਣੇ ਦੇਸ਼ ਦੇ ਵਿੱਚੋਂ ਕੋਵਿਡ-19 ਦਾ ਟੈਸਟ ਕਰਵਾ ਕੇ ਕੈਨੇਡਾ ਦੇ ਵਿੱਚ ਆਉਣਾ ਪੈਂਦਾ ਹੈ। ਜਿਹੜਾ ਉਹ ਟੈਸਟ ਕਰਵਾ ਕੇ ਆਉਣਾ ਹੈ, ਉਸ ਦੇ ਵਾਸਤੇ ਕਈਆਂ ਨੂੰ ਇਸ ਮੌਕੇ ਕਾਬੂ ਕੀਤਾ ਗਿਆ ਜੋ ਕਿ ਜਾਲੀ ਕੋਵਿਡ-19 ਦੀ ਰਿਪੋਰਟ ਲੈ ਕੇ ਕੈਨੇਡਾ ਵਿੱਚ ਦਾਖਲ ਹੋਏ ਤੇ ਟੋਰਾਂਟੋ ਤੋਂ ਵੀ ਇੱਕ ਤਾਜ਼ਾ ਜਿਹਾ ਮਾਮਲਾ ਸਾਹਮਣੇ ਆਇਆ ਹੈ। ਟੋਰਾਂਟੋ ਵਿੱਚ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਜਦੋਂ ਇੱਕ ਯਾਤਰੀ ਪਹੁੰਚਿਆ ਤਾਂ ਉਸ ਦੇ ਕੋਲ ਮੌਜੂਦ ਕੋਵਿਡ-19 ਟੈਸਟ ਦੀ ਰਿਪੋਰਟ ਨੂੰ ਜਾਲੀ ਪਾਇਆ ਗਿਆ। ਮੰਗਲਵਾਰ ਨੂੰ ਸ਼ਾਮੀ 5 ਵਜੇ ਦੇ ਕਰੀਬ ਪੀਲ ਪੁਲਿਸ ਨੂੰ ਟੋਰਾਂਟੋ ਪੀਅਰਸਨ 에ਅਰਪੋਰਟ ਦੇ ਉੱਤੇ ਉਸ ਸਮੇਂ ਬੁਲਾਇਆ ਗਿਆ, ਜਦੋਂ ਇਸ ਮਾਮਲੇ ਦੇ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਦੇ ਵੱਲੋਂ ਉਸ ਵਿਅਕਤੀ ਦੀ ਪਛਾਣ ਕੀਤੀ ਗਈ ਤੇ ਉਸ ਦੇ ਕੋਲ ਮੌਜੂਦ ਕਾਗਜ਼ਾਂ ਨੂੰ ਜਾਲੀ ਪਾਇਆ ਗਿਆ। ਇਸ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਤੋਂ ਅਧਿਕਾਰੀ ਨੇ ਇੰਸਪੈਕਸ਼ਨ ਕੀਤੀ, ਜਿਸ ਤੋਂ ਬਾਅਦ ਉਹਨਾਂ ਨੇ ਪਾਇਆ ਕਿ ਉਸ ਵਿਅਕਤੀ ਦੇ ਕੋਲ ਜੋ ਕੋਵਿਡ-19 ਦੇ ਟੈਸਟ ਦਾ ਡਾਕੂਮੈਂਟ ਸੀ ਉਹ ਜਾਲੀ ਸੀ। ਇਸ ਦੌਰਾਨ ਇਹ ਨਹੀਂ ਦੱਸਿਆ ਗਿਆ ਕਿ ਉਹ ਵਿਅਕਤੀ ਕਿੱਥੋਂ ਆਇਆ ਸੀ, ਪਰ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਤੋਂ ਆਫੀਸਰ ਨੇ ਉਸ ਰਿਪੋਰਟ ਨੂੰ ਚੰਗੀ ਤਰ੍ਹਾਂ ਦੇਖਿਆ ਤੇ ਉਹਨਾਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਹ ਰਿਪੋਰਟ ਜਾਲੀ ਸੀ। ਵਿਅਕਤੀ ਦੀ ਉਮਰ 57 ਸਾਲ ਦੱਸੀ ਗਈ ਹੈ, ਪਰ ਉਸ ਦਾ ਨਾਮ ਜਨਤਕ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਇਹ ਦੱਸਿਆ ਗਿਆ ਹੈ ਕਿ ਉਸ ਦੇ ਉੱਤੇ ਮਾਮਲਾ ਦਰਜ ਹੋ ਗਿਆ ਹੈ, ਜਿਸ ਨੂੰ ਕਿ ਗ੍ਰਿਫਤਾਰ ਵੀ ਕੀਤਾ ਗਿਆ ਤੇ ਉਸ ਨੂੰ ਹੁਣ ਅਦਾਲਤ ਵਿੱਚ ਜੁਲਾਈ 5 ਦੇ ਦਿਨ ਪੇਸ਼ ਕੀਤਾ ਜਾਵੇਗਾ। ਅਗਲੀ ਖਬਰ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਗੱਲਬਾਤ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਨਾਲ ਇਸ ਗੱਲਬਾਤ ਦੇ ਵਿੱਚ ਸ਼ੁਰੂਆਤ ਦੇ ਵਿੱਚ ਦੱਸਿਆ ਗਿਆ ਹੈ ਕਿ ਜੋ ਕਲਾਈਮੇਟ ਨੂੰ ਲੈ ਕੇ ਸੰਮੇਲਨ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ, ਉਸ ਦੇ ਬਾਰੇ ਗੱਲਬਾਤ ਕੀਤੀ ਗਈ ਕਿ ਦੋਵੇਂ ਦੇਸ਼ਾਂ ਦੇ ਵੱਲੋਂ ਕਿਸ ਤਰ੍ਹਾਂ ਇਸ ਦੇ ਖਿਲਾਫ ਕਿ ਕਲਾਈਮੇਟ ਚੇਂਜ ਹੈ ਜੋ ਕਦਮ ਚੁੱਕੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਕਿਸ ਤਰ੍ਹਾਂ ਇਸ ਦੇ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ। ਤਾਂ ਉਧਰ ਕੋਵਿਡ-19 ਦੇ ਟੀਕਿਆਂ ਦੀ ਸਪਲਾਈ ਦੇ ਬਾਰੇ ਵੀ ਇੱਥੇ ਜ਼ਿਕਰ ਕੀਤਾ ਗਿਆ ਕਿ ਐਸਟਰਾਜ਼ੈਨੇਕਾ ਦੇ ਟੀਕੇ ਜਿਹੜੇ ਅਮਰੀਕਾ ਦੇ ਵਿੱਚ ਤਿਆਰ ਕੀਤੇ ਜਾ ਰਹੇ ਨੇ, ਉਸ ਦੀ ਸਪਲਾਈ ਨੂੰ ਲੈ ਕੇ ਵੀ ਇੱਥੇ ਗੱਲਬਾਤ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਗੱਲਬਾਤ ਦੇ ਦੌਰਾਨ ਮਹਾਮਾਰੀ ਦੇ ਨਾਲ ਲੜਨ ਦੇ ਵਾਸਤੇ ਚੁੱਕੇ ਜਾ ਰਹੇ ਕਦਮਾਂ ਦਾ ਵੀ ਜ਼ਿਕਰ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਧੰਨਵਾਦ ਵੀ ਕੀਤਾ ਕਿ ਉਹਨਾਂ ਨੇ ਮਾਈਕਲ ਸਪੇਵਰ ਤੇ ਮਾਈਕਲ ਕੋਵਰਿਕ ਦੇ ਹਿਰਾਸਤ ਦੇ ਮਾਮਲੇ ਦੇ ਵਿੱਚ ਸਮਰਥਨ ਦਿੱਤਾ, ਜਿਨ੍ਹਾਂ ਨੂੰ ਚੀਨ ਨੇ ਹਿਰਾਸਤ ਦੇ ਵਿੱਚ ਲਿਆ ਹੋਇਆ ਹੈ। ਇਸ ਦੇ ਨਾਲ ਹੀ ਇੱਥੇ ਇਹ ਵੀ ਜ਼ਿਕਰ ਕੀਤਾ ਗਿਆ ਕਿ ਅੱਗੇ ਵੀ ਅਮਰੀਕਾ ਤੇ ਕੈਨੇਡਾ ਆਰਥਿਕਤਾ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਦੋਵੇਂ ਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਕਦਮ ਚੁੱਕੇ ਜਾਣੇ ਨੇ, ਇਸ ਦੇ ਬਾਰੇ ਗੱਲਬਾਤ ਕਰਦੇ ਰਹਿਣਗੇ ਤੇ ਇਸ ਸਮੇਂ ਜੋ ਮੌਜੂਦਾ ਹਾਲਾਤ ਨੇ ਉਸ ਦੇ ਬਾਰੇ ਦੋਵੇਂ ਇਹ ਲੀਡਰ ਨੇ ਜੋ ਇੱਕ ਦੂਜੇ ਦੇ ਨਾਲ ਆਉਂਦੇ ਦਿਨਾਂ ਵਿੱਚ ਤੇ ਹਫ਼ਤਿਆਂ ਦੇ ਵਿੱਚ ਨੇੜੇ ਤੋਂ ਆਪਣੀ ਗੱਲਬਾਤ ਜਾਰੀ ਰੱਖਣਗੇ। ਅਗਲੀ ਖਬਰ ਓਨਟਾਰੀਓ ਤੋਂ ਹੈ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੂੰ ਉਸ ਸਮੇਂ ਆਈਸੋਲੇਟ ਖੁਦ ਨੂੰ ਟੋਰਾਂਟੋ ਦੇ ਵਿੱਚ ਕਰਨਾ ਪਿਆ ਜਦੋਂ ਉਹਨਾਂ ਦੇ ਇੱਕ ਸਟਾਫ ਮੈਂਬਰ ਨੂੰ ਕੋਵਿਡ-19 ਤੋਂ ਪੋਜ਼ਿਟਿਵ ਪਾਇਆ ਗਿਆ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਸਟਾਫ ਦੇ ਵਿੱਚੋਂ ਇੱਕ ਮੈਂਬਰ ਨੂੰ ਕੋਵਿਡ-19 ਤੋਂ ਪੋਜ਼ਿਟਿਵ ਪਾਇਆ ਗਿਆ। ਮੰਗਲਵਾਰ ਦੀ ਰਾਤ ਨੂੰ ਇਸ ਦੇ ਬਾਰੇ ਓਨਟਾਰੀਓ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਪ੍ਰੀਮੀਅਰ ਦਫ਼ਤਰ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਸਟਾਫ ਮੈਂਬਰ ਨੂੰ ਕੋਵਿਡ-19 ਤੋਂ ਪੋਜ਼ਿਟਿਵ ਪਾਏ ਜਾਣ ਤੋਂ ਬਾਅਦ ਡਗ ਫੋਰਡ ਟੋਰਾਂਟੋ ਦੇ ਵਿੱਚ ਹੀ ਖੁਦ ਨੂੰ ਆਈਸੋਲੇਟ ਕਰ ਰਹੇ ਨੇ, ਜੋ ਸਿਹਤ ਅਧਿਕਾਰੀਆਂ ਦੇ ਵੱਲੋਂ ਇਸ ਦੌਰਾਨ ਹੁਕਮ ਵੀ ਨੇ ਤੇ ਉਹਨਾਂ ਮੁਤਾਬਕ ਹੀ ਕਦਮ ਚੁੱਕੇ ਜਾ ਰਹੇ ਨੇ।
ਜਿਸ ਵਿੱਚ ਪ੍ਰੀਮੀਅਰ ਡਗਫੋਰਡ ਦੇ ਵੱਲੋਂ ਕੋਵਿਡ-19 ਦਾ ਟੈਸਟ ਵੀ ਕਰਵਾਇਆ ਗਿਆ ਹੈ, ਜਿਸ ਦੀ ਰਿਪੋਰਟ ਤਾਂ ਨੈਗੇਟਿਵ ਆ ਗਈ ਹੈ। ਪਰ ਪਬਲਿਕ ਹੈਲਥ ਐਡਵਾਈਸ ਦੇ ਮੁਤਾਬਕ ਉਹ ਖੁਦ ਨੂੰ ਟੋਰਾਂਟੋ ਦੇ ਵਿੱਚ ਹੀ ਆਈਸੋਲੇਟ ਵੀ ਕਰ ਰਹੇ ਨੇ, ਯਾਨੀ ਕਿ ਵੱਖਰੇ ਤੌਰ ਦੇ ਉੱਤੇ ਰੱਖ ਰਹੇ ਨੇ। ਇਸ ਦੌਰਾਨ ਹੋਰ ਸਟਾਫ ਮੈਂਬਰਸ ਦੇ ਵੀ ਕੋਵਿਡ-19 ਦੇ ਟੈਸਟ ਹੋਣਗੇ ਕਿ ਜੇਕਰ ਕਿਸੇ ਦਾ ਟੈਸਟ ਪੋਜ਼ਿਟਿਵ ਆ ਜਾਂਦਾ ਹੈ ਤਾਂ ਉਹ ਵੀ ਖੁਦ ਨੂੰ ਆਈਸੋਲੇਟ ਕਰਨਗੇ, ਜਿਸ ਦੇ ਬਾਰੇ ਪ੍ਰੀਮੀਅਰ ਦਫ਼ਤਰ ਤੋਂ ਕਿਹਾ ਗਿਆ ਹੈ ਕਿ ਟੋਰਾਂਟੋ ਪਬਲਿਕ ਹੈਲਥ ਅਧਿਕਾਰੀਆਂ ਦੇ ਵੱਲੋਂ ਅੱਗੇ ਇਸ ਬਾਰੇ ਜਿਹੜੀ ਵੀ ਜਾਣਕਾਰੀ ਦਿੱਤੀ ਜਾਵੇਗੀ, ਡਗਫੋਰਡ ਤੇ ਉਹਨਾਂ ਦੇ ਸਟਾਫ ਨੂੰ ਹੋਰ ਅੱਗੇ ਕੀ ਕਦਮ ਚੁੱਕਣੇ ਚਾਹੀਦੇ ਨੇ, ਉਹ ਉਸੇ ਤਰ੍ਹਾਂ ਉਹਨਾਂ ਹਦਾਇਤਾਂ ਨੂੰ ਮੰਨਣਗੇ। ਤਾਂ ਉਧਰ ਪਾਰਲੀਮੈਂਟ ਵਿੱਚ ਵੱਖੋ-ਵੱਖਰੇ ਮੁੱਦਿਆਂ ਦੇ ਉੱਤੇ ਜੋ ਸਵਾਲ ਵੀ ਕੀਤੇ ਜਾ ਰਹੇ ਨੇ, ਤਾਂ ਉਸ ਨੂੰ ਲੈ ਕੇ ਜਗਮੀਤ ਸਿੰਘ ਦੇ ਵੱਲੋਂ ਓਨਟਾਰੀਓ ਦੇ ਵਿੱਚ ਵੱਧ ਰਹੇ ਕੋਵਿਡ-19 ਦੇ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਪੇਡ ਸਿਕ ਲੀਵ ਦੇ ਦੁਬਾਰਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਵਾਲ ਕੀਤੇ। The third wave of COVID-19 is hitting Ontario hard. It is a disaster. ICU units are overrun. We're seeing healthcare workers on the brink, and the people who need the vaccine the most are the least likely to get vaccinated. And we've got a Prime Minister that continues to refuse to improve access to paid sick leave. So will the Prime Minister declare a public welfare emergency and use the Emergency Act to make sure people who need the vaccine actually get it and make sure we've got a paid sick leave that actually works? ਤਾਂ ਉਧਰ ਕੰਜ਼ਰਵੇਟਿਵ ਐਮਪੀ ਜਸਰਾਜ ਸਿੰਘ ਹੱਲਰ ਨੇ ਪਾਰਲੀਮੈਂਟ ਦੇ ਵਿੱਚ ਸਵਾਲ ਕੀਤੇ ਨੇ, ਜਿਨ੍ਹਾਂ ਨੇ ਇਸ ਮੌਕੇ ਪਬਲਿਕ ਸੇਫਟੀ ਮਿਨਿਸਟਰ ਬਿਲ ਬਲੇਅਰ ਨੂੰ ਸਵਾਲ ਪੁੱਛੇ, ਜਿਸ ਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਜੋ ਤਾਜ਼ਾ ਮਾਮਲੇ ਸਾਹਮਣੇ ਆ ਰਹੇ ਨੇ ਕਿ ਸਾਈਬਰ ਹਮਲੇ ਹੋ ਰਹੇ ਨੇ, ਉਸ ਨੂੰ ਲੈ ਕੇ ਜੋ ਨਿਵੇਸ਼ ਕਰਨ ਦੀ ਗੱਲ ਵੀ ਲਿਬਰਲਸ ਦੇ ਵੱਲੋਂ ਕਹੀ ਜਾ ਰਹੀ ਸੀ, ਤਾਂ ਉਸ ਨੂੰ ਲੈ ਕੇ ਕੀ ਕਦਮ ਸਖਤ ਚੁੱਕੇ ਜਾ ਰਹੇ ਨੇ, ਕਿਉਂਕਿ CRA ਉੱਤੇ ਵੀ ਸਾਈਬਰ ਅਟੈਕ ਹੋਇਆ ਹੈ। ਤਾਂ ਉਧਰ ਮਾਈਕਰੋਸਾਫਟ ਕੰਪਨੀ ਤੇ ਹੋਰ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ, ਜਿਸ ਦੇ ਵਿੱਚ ਸਾਈਬਰ ਅਟੈਕ ਦੇ ਮਾਮਲੇ ਸਾਹਮਣੇ ਆਏ ਤੇ ਉਹਨਾਂ ਦੇ ਉੱਤੇ ਕਾਬੂ ਪਾਉਣ ਦੇ ਵਾਸਤੇ ਕੀ ਕੀਤਾ ਜਾ ਰਿਹਾ ਹੈ। A few months ago, I asked the Minister of Public Safety what he would do to defend our country's digital infrastructure from cyber attacks and terrorism. He answered it by saying, "We threw money at it. Just recently, over 533 million Facebook users' data was leaked online. The CRA was attacked last summer, and Microsoft just faced a cyber attack. This is hurting our economy and the safety of Canadians. When will this government make a real plan and take cyber security seriously?" ਅਗਲੀ ਖਬਰ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਦਿੱਤੀ ਹੈ ਕਿ ਸਾਬਕਾ ਲਿਬਰਲ ਕੈਬਨਿਟ ਮਿਨਿਸਟਰ ਰਾਲਫ ਗੁੱਡੇਲ ਨੂੰ UK ਦਾ ਹਾਈ ਕਮਿਸ਼ਨਰ ਐਲਾਨਿਆ ਗਿਆ ਹੈ, ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਹਾਈ ਕਮਿਸ਼ਨਰ ਨਿਯੁਕਤ ਕੀਤੇ ਜਾਣ ਦੇ ਬਾਰੇ ਜਾਣਕਾਰੀ ਦੱਸਦੇ ਹੋਏ ਕਿਹਾ ਗਿਆ ਕਿ ਰਾਲਫ ਗੁੱਡੇਲ ਦੇ ਵੱਲੋਂ ਜਸਟਿਨ ਟਰੂਡੋ ਨੂੰ ਇਸ ਗੱਲ ਦੇ ਉੱਤੇ ਸਲਾਹ ਦਿੱਤੀ ਜਾਵੇਗੀ ਕਿ ਦੋਵੇਂ ਦੇਸ਼ ਮਿਲ ਕੇ ਕਿਵੇਂ ਅੱਗੇ ਵੱਖੋ-ਵੱਖਰੇ ਮੁੱਦਿਆਂ ਦੇ ਉੱਤੇ ਕੰਮ ਕਰ ਸਕਦੇ ਨੇ, ਮੌਜੂਦਾ ਹਾਲਾਤ ਨੂੰ ਦੇਖਦੇ ਹੋਏ, ਜਿਸ ਦੇ ਵਿੱਚ ਕੋਵਿਡ-19 ਮਹਾਮਾਰੀ ਦਾ ਜ਼ਿਕਰ ਵੀ ਕੀਤਾ ਗਿਆ ਤੇ ਇਸ ਨਾਲ ਹੀ ਕਲਾਈਮੇਟ ਚੇਂਜ ਤੇ ਹੋਰ ਕਈ ਮੁੱਦਿਆਂ ਦੇ ਉੱਤੇ ਇੱਥੇ ਜ਼ਿਕਰ ਕੀਤਾ ਗਿਆ ਕਿ ਦੋਵੇਂ ਦੇਸ਼ਾਂ ਦਰਮਿਆਨ ਕਿਸ ਤਰ੍ਹਾਂ ਕੰਮ ਹੋ ਸਕਦਾ, ਉਸ ਦੇ ਬਾਰੇ ਰਾਲਫ ਗੁੱਡੇਲ ਦੇ ਵੱਲੋਂ ਐਡਵਾਈਸ ਦਿੱਤੀ ਜਾਵੇਗੀ, ਯਾਨੀ ਕਿ ਮਸ਼ਵਰਾ ਦਿੱਤਾ ਜਾਵੇਗਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ, ਜੋ ਕਿ ਹੁਣ UK ਦੇ ਵਿੱਚ ਕੈਨੇਡਾ ਦੇ ਵੱਲੋਂ ਹਾਈ ਕਮਿਸ਼ਨਰ ਹੋਣਗੇ। ਇਸ ਨਾਲ ਹੀ ਮੈਨੂੰ ਦਿਓ ਇਜਾਜ਼ਤ, ਫਿਰ ਹਾਜ਼ਰ ਹੋਵਾਂਗੇ ਤਾਜ਼ਾ ਖਬਰਾਂ ਦੇ ਨਾਲ।